ਜਾਏ ਬਸੋ ਵਡ ਭਾਗਣੀ ਸਖੀਏ, ਸੰਤਾਂ ਸੰਗ ਸਮਾਈਐ। ਤਹਿ ਦੁਖ ਨਾ ਭੂਖ ਨਾ ਰੋਗ ਵਿਆਪੈ, ਚਰਨ ਕਮਲ ਲਿਵ ਲਾਈਐ। ਤਹਿ ਜਨਮ ਨਾ ਮਰਨ ਨਾ ਆਵਣ ਜਾਣਾ, ਨਿਹਚਲ ਸਰਣੀ ਪਾਈਐ। ਪ੍ਰੇਮ ਵਿਛੋਹ ਨਾ ਮੋਹ ਵਿਆਪੈ, ਨਾਨਕ ਹਰ ਏਕ ਧਿਆਈਐ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਮਹਾਨ ਪਰਉਪਕਾਰੀ ਮਹਾਨ ਨਾਮ ਦੇ ਰਸੀਏ ਤਿਆਗੀ ਬਰਾਗੀ ਧੰਨ ਧੰਨ ਪਿਆਰੇ ਬਾਬਾ ਆਨੰਦ ਸਿੰਘ ਜੀ ਅਤੇ ਧੰਨ ਧੰਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਅਤੇ ਉਹਨਾਂ ਤੋਂ ਵਰੋਂ ਸਾਹਿਬ ਮਹਾਂਪੁਰਖ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਦੀ ਮਿੱਠੀ ਯਾਦ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਜੀ ਕੀ ਸਾਜੀ ਨਾਜੀ ਸਾਧ ਸੰਗਤ, ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਫਰਮਾਨ ਹੈ, ਜਨਮ ਮਰਨ ਦੋਹੂੰ ਮਹਿ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਮਹਾਂਭਗਤ ਇਸ ਸੰਸਾਰ 'ਤੇ ਆਉਂਦੇ ਹਨ ਪਰਮਾਤਮਾ ਵੱਲੋਂ ਡਿਊਟੀ ਲੈ ਕੇ। ਉਹਨਾਂ ਦਾ ਆਪਣਾ ਕੋਈ ਮਕਸਦ ਨਹੀਂ ਹੋਇਆ ਕਰਦਾ। ਜਿਸ ਤਰ੍ਹਾਂ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਗਟ ਗੁਰਾਂ ਕੀ ਦੇਹ ਕਰਕੇ ਜੋ ਸੇਵਾ ਆਪ ਕਰਨੀ ਸੀ ਅਤੇ ਸੰਗਤਾਂ ਨੂੰ ਇਹ ਦਰਸਾਉਣਾ ਸੀ ਕਿ ਕਲਗੀਧਰ ਪਾਤਸ਼ਾਹ ਦਾ ਜੋ ਹੁਕਮ ਸੀ, ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਉਹ ਸਿੱਖ ਜਨਤਾ ਸਤਿਗੁਰਾਂ ਦੇ ਬਚਨਾਂ ਨੂੰ ਅਮਲੀ ਤੌਰ 'ਤੇ ਭੁੱਲ ਚੁੱਕੀ ਸੀ। ਉਹ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਨੇ ਫਿਰ ਆ ਕੇ ਪ੍ਰਗਟ ਕੀਤੀ। ਜਦੋਂ ਪਹਿਲੀ ਵਾਰ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨੂੰ ਫਿਰੋਜ਼ਪੁਰ ਸਾਰਾਗੜ੍ਹੀ ਗੁਰਦੁਆਰੇ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋਏ। ਸਤਿਗੁਰਾਂ ਨੇ ਪੁੱਛਿਆ, ਦੱਸੋ ਤੁਸੀਂ ਇੰਨਾ ਹਠ ਧਾਰਨ ਕੀਤਾ ਹੈ, ਕੀ ਤੁਹਾਡੀ ਇੱਛਾ ਹੈ? ਤਾਂ ਬਾਬਾ ਜਵੰਦ ਸਿੰਘ ਜੀ ਨੇ ਕਿਹਾ, ਜਿਸ ਤਰ੍ਹਾਂ ਆਪ ਜੀ ਦੇ ਹੁਣ ਦਰਸ਼ਨ ਹੁੰਦੇ ਹਨ, ਇਸੇ ਤਰ੍ਹਾਂ ਹੀ ਜਦੋਂ ਅਸੀਂ ਕੀਰਤਨ ਕਰੀਏ ਸਾਨੂੰ ਆਪ ਜੀ ਦੇ ਦਰਸ਼ਨ ਹੋਣ। ਤਥਾਸਤੂ। ਬਾਬਾ ਆਨੰਦ ਸਿੰਘ ਜੀ ਨੇ ਪੁੱਛਿਆ, ਤੁਸੀਂ ਮੰਗੋ, ਕੀ ਮੰਗਦੇ ਹੋ? ਬਾਬਾ ਆਨੰਦ ਸਿੰਘ ਜੀ ਕਹਿੰਦੇ, ਸਾਨੂੰ ਮੰਗਣਾ ਨਹੀਂ ਆਉਂਦਾ, ਆਪ ਜੀ ਦੇ ਦਰਸ਼ਨ ਹੋ ਰਹੇ ਹਨ, ਇਸ ਤੋਂ ਵੱਡੀ ਹੋਰ ਕਿਹੜੀ ਗੱਲ ਹੈ? ਤੀਜਾ ਵਚਨ ਫਿਰ ਕੀਤਾ। ਬਾਬਾ ਜੀ ਕਹਿਣ ਲੱਗੇ, ਸਾਨੂੰ ਆਪਣੇ ਬਣਾ ਲਓ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫਿਰ ਬਖਸ਼ਿਸ਼ ਕੀਤੀ ਕਿ ਅੱਜ ਤੋਂ ਤੁਸੀਂ ਸਾਡੇ ਬਣ ਕੇ ਕੰਮ ਕਰਨਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਆਪ ਕਰਨੀ ਹੈ ਅਤੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨਾ ਹੈ। ਤੁਸੀਂ ਕਿਤੇ ਮੰਗਣ ਨਹੀਂ ਜਾਣਾ। ਤੁਹਾਡਾ ਰਾਸ਼ਨ ਪਾਣੀ, ਜੋ ਖਾਣਾ ਪੀਣਾ ਪਹਿਨਣਾ, ਸਾਰਾ ਕੁਛ ਇਹ ਦਰਗਾਹ ਹੀ ਸਾਡੀ ਡਿਊਟੀ ਹੈ। ਉਸ ਤੋਂ ਬਾਅਦ ਫਿਰ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਫਿਰ ਨਾਨਕਸਰ ਦਾ ਧੁਰਵਾ ਬੰਨ੍ਹਿਆ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਗਟ ਕਰਕੇ ਸੇਵਾ ਕੀਤੀ। ਆਪ ਸੇਵਾ ਕੀਤੀ, ਹੱਥੀਂ ਸੇਵਾ ਕੀਤੀ। ਬਿਜਲੀਆਂ ਨਹੀਂ ਸਨ, ਸਾਰੀ ਰਾਤ ਪੱਖੇ ਕਰਨੇ, ਅੰਗੀਠੀਆਂ ਬਾਲ ਕੇ ਰੱਖਣੀਆਂ ਸਰਦੀਆਂ ਦੇ ਵਿੱਚ, ਭਾਵਨਾ ਦੇ ਨਾਲ ਸੇਵਾ ਕੀਤੀ। ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਜਿਵੇਂ ਆਮ ਆਪਾਂ ਬੈਠੇ ਗੱਲਾਂ ਬਾਤਾਂ ਕਰਦੇ ਹਾਂ, ਬਾਬਾ ਆਨੰਦ ਸਿੰਘ ਜੀ ਇਸੇ ਤਰ੍ਹਾਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਰਹਿੰਦੇ ਸਨ। ਇਤਿਹਾਸ ਲਿਖਿਆ ਭਗਤ ਸਿੰਘ ਜੀ ਜੱਜ ਨੇ, ਬਹੁਤ ਹੀ ਬਾਬਾ ਜੀ ਦੀ ਵਡਿਆਈ, ਬਾਬਾ ਜੀ ਦਾ ਜਸ ਕੀਤਾ ਹੋਇਆ ਹੈ। ਬੜੇ ਤਰ੍ਹਾਂ ਦੀਆਂ ਸਾਖੀਆਂ ਬਖਸ਼ਾਂ, ਇੰਨੀਆਂ ਵੱਡੀਆਂ ਵੱਡੇ ਬਾਬਾ ਜੀ ਦੇ ਕ੍ਰਿਸ਼ਨੇ ਜੋ ਕਿਸੇ ਇਤਿਹਾਸ 'ਚੋਂ ਨਹੀਂ ਮਿਲਦੇ। ਇੱਕ ਵਾਰ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਕਿ ਸਾਨੂੰ ਸੱਚਖੰਡ ਦੇ ਦਰਸ਼ਨ ਕਰਵਾਓ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਤੁਹਾਨੂੰ ਇਹ ਇੱਛਾ ਕਿਉਂ ਹੋ ਗਈ? ਕਹਿਣ ਲੱਗੇ, ਜੀ ਸਾਡੇ ਮਨ ਵਿੱਚ ਹੀ ਬਣ ਗਿਆ, ਕਿਰਪਾ ਕਰੋ ਸਾਨੂੰ ਸੱਚਖੰਡ ਦੇ ਦਰਸ਼ਨ ਕਰਵਾਓ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਇਹ ਸਰੀਰ ਤਾਂ ਉੱਥੇ ਜਾਂਦਾ ਨਹੀਂ। ਬਾਬਾ ਜੀ ਨੇ ਫਿਰ ਬੇਨਤੀ ਕੀਤੀ ਕਿ ਮਹਾਰਾਜ ਜਿਵੇਂ ਕਿਵੇਂ ਵੀ ਹੈ, ਜਿਸ ਤਰ੍ਹਾਂ ਵੀ ਕਰਵਾ ਸਕਦੇ ਹੋ, ਸੱਚਖੰਡ ਦੇ ਦਰਸ਼ਨ ਕਰਵਾਓ। ਸ੍ਰੀ ਗੁਰੂ ਨਾਨਕ ਦੇਵ ਜੀ ਬਾਬਾ ਆਨੰਦ ਸਿੰਘ ਜੀ ਨੂੰ ਸੱਚਖੰਡ ਵਿੱਚ ਲੈ ਗਏ। ਬਾਬਾ ਆਨੰਦ ਸਿੰਘ ਜੀ ਨੇ ਆਪ ਇਹ ਦੱਸਿਆ ਹੋਇਆ, ਸੰਗਤਾਂ ਦੇ ਵਿੱਚ ਇਤਿਹਾਸ ਵਿੱਚ ਲਿਖਿਆ ਹੋਇਆ ਹੈ। ਭਾਈ ਗੁਰਮੁਖ ਸਿੰਘ ਜੀ ਨੇ ਵੀ ਲਿਖਿਆ ਅਤੇ ਭਗਤ ਸਿੰਘ ਜੱਜ ਜੀ ਨੇ ਵੀ ਲਿਖਿਆ ਹੋਇਆ ਹੈ। ਜਦੋਂ ਸੱਚਖੰਡ ਵਿੱਚ ਗਏ, ਬਹੁਤ ਵੱਡਾ ਸੱਚਖੰਡ ਦਾ ਜਿਹੜਾ ਕਮਰਾ ਹੈ, ਉਸ ਦੇ ਵਿੱਚ 8 ਬਾਹੀਆ 8 ਪਹਿਲੂ ਤਖਤ ਪੋਸ਼ ਹੈ, ਵੱਡਾ ਤਖਤ ਹੈ। ਉਹਦੇ ਵਿੱਚ ਬੜੇ ਸੁੰਦਰ ਵਿਛਾਈ ਕੀਤੀ ਹੋਈ ਹੈ। ਪ੍ਰਕਾਸ਼ ਬਹੁਤ ਜ਼ਿਆਦਾ ਹੈ, ਪਰ ਦਰਸ਼ਨ ਨਹੀਂ ਹੋ ਰਹੇ। ਬਾਬਾ ਆਨੰਦ ਸਿੰਘ ਨੇ ਬੇਨਤੀ ਕੀਤੀ, ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ, ਮਹਾਰਾਜ ਦਰਸ਼ਨ ਨਹੀਂ ਹੋ ਰਹੇ,
ਸਤਿਗੁਰੂ ਕਹਿਣ ਲੱਗੇ, ਜਿਸ ਤਰ੍ਹਾਂ ਸੂਰਜ ਵੱਲ ਦੇਖੀਏ ਜ਼ਿਆਦਾ ਤੇਜ ਪ੍ਰਤਾਪ ਹੁੰਦਾ, ਸੂਰਜ ਦਾ ਦਰਸ਼ਨ ਨਹੀਂ ਹੁੰਦੇ, ਇਸੇ ਤਰ੍ਹਾਂ ਹੀ ਇੱਥੇ ਕਰੋੜਾਂ ਸੂਰਜ ਦਾ ਚਾਨਣ ਹੈ, ਇਸ ਕਰਕੇ ਹੈ ਸਰੂਪ ਪਰ ਦਰਸ਼ਨ ਨਹੀਂ ਹੋ ਰਹੇ। ਇੰਨੇ ਬਚਨ ਕਰਦੇ ਕਰਦੇ ਉਸ ਦੇ ਵਿੱਚੋਂ ਅਕਾਲ ਪੁਰਖ ਪ੍ਰਗਟ ਹੋਏ, ਸਰੀਰ ਧਾਰਨ ਕੀਤਾ। ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ, ਕੁਦਰਤ ਇਹ ਕੌਣ ਹੈ? ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮਹਾਰਾਜ ਇਹ ਵੀ ਆਪ ਜੀ ਦਾ ਸੇਵਕ ਹੈ। ਇਹਨਾਂ ਦੇ ਦਰਸ਼ਨਾਂ ਦੀ ਇੱਛਾ ਸੀ। ਬਚਨ ਕੁਛ ਹੋਰ ਵੀ ਬਾਬਾ ਆਨੰਦ ਸਿੰਘ ਨੇ ਕਹਿੰਦੇ ਕੀਤੇ, ਪਰ ਸਾਨੂੰ ਸਮਝ ਵਿੱਚ ਨਹੀਂ ਆਏ। ਇੰਨੇ ਬਚਨ ਕਰਦਿਆਂ ਇੱਕ ਥਾਲ ਆਇਆ ਬਹੁਤ ਵੱਡਾ ਸੋਨੇ ਦਾ, ਉਹਦੇ ਵਿੱਚ ਉੱਤੇ ਰੇਸ਼ਮੀ ਬੜਾ ਸੁੰਦਰ ਰੁਮਾਲ ਹੈ, ਅੰਦਰ ਪ੍ਰਸ਼ਾਦ ਪਰੋਸਿਆ ਹੋਇਆ ਹੈ, ਇੱਕ ਸੋਨੇ ਦਾ ਕੜਛਾ ਵਿੱਚ। ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਅਕਾਲ ਪੁਰਖ ਕਿ ਕੁਦਰਤ ਹੁਣ ਲੰਗਰ ਦਾ ਟਾਈਮ ਹੋ ਰਿਹਾ ਹੈ ਖਾਣੇ ਦਾ, ਤੁਸੀਂ ਇਹ ਲੰਗਰ ਸਾਰੀ 84 ਲੱਖ ਜੂਨੀ ਨੂੰ ਦੇ ਦਿਓ। ਗੁਰੂ ਨਾਨਕ ਸਾਹਿਬ ਕਹਿੰਦੇ, ਮਹਾਰਾਜ ਤੁਹਾਡੀ ਡਿਊਟੀ ਹੈ। ਅਤੇ ਫਿਰ ਪਰਮਾਤਮਾ ਨੇ ਉਹ ਥਾਲ ਦੇ ਉੱਤੋਂ ਰੁਮਾਲ ਚੁੱਕਿਆ, ਵਿੱਚੋਂ ਹੀ ਕੜਛਾ ਭਰ ਕੇ ਸੋਨੇ ਦਾ ਇੱਕ ਪਾਸੇ ਢੇਰੀ ਕਰ ਦਿੱਤਾ। ਕਹਿਣ ਲੱਗੇ ਹੁਣ 84 ਲੱਖ ਜੂਨੀ ਨੂੰ ਰੋਜੀ ਮਿਲ ਗਈ ਹੈ। ਇਤਨੇ ਨੂੰ ਫਿਰ ਸਤਿਗੁਰੂ ਬਾਬਾ ਜੀ ਕਹਿਣ ਲੱਗੇ, ਸਾਨੂੰ ਗੁਰੂ ਨਾਨਕ ਸਾਹਿਬ ਫਿਰ ਇੱਥੇ ਹੀ ਲਿਆਏ। ਸੋ ਇਸ ਤਰ੍ਹਾਂ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਐਡੀਆਂ ਵੱਡੀਆਂ ਕਮਾਈਆਂ, ਨਹੀਂ ਤਾਂ ਦਰਸ਼ਨ ਕੋ ਲੋਚੈ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ। ਹਰ ਬੰਦਾ ਚਾਹੁੰਦਾ ਮੈਨੂੰ ਦਰਸ਼ਨ ਹੋ ਜਾਣ। ਸਾਧਕ ਸਿੱਧ ਸਗਲ ਮੁਨ ਚਾਹੇ, ਬਿਰਲੇ ਕਾਹੂੰ ਡੀਠਲਾ। ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੀ ਬਿਰਲੇ ਨੂੰ ਹੁੰਦੇ ਆ, ਪਰ ਬਾਬਾ ਆਨੰਦ ਸਿੰਘ ਜੀ ਆਮ ਆਪਣੇ ਮਿੱਤਰਾਂ ਦੋਸਤਾਂ ਤਰ੍ਹਾਂ ਗੁਰੂ ਨਾਨਕ ਸਾਹਿਬ ਨਾਲ ਗੱਲਾਂ ਕਰਦੇ। ਸੋ ਇਸ ਤਰ੍ਹਾਂ ਬਾਬਾ ਜੀ ਦੀਆਂ ਬੇਅੰਤ ਕਮਾਈਆਂ ਬਖਸ਼ਾਂ ਕੀਤੀਆਂ। ਬਾਬਾ ਜੀ ਨੇ ਆਪ ਸਿਮਰਨ ਜਪ ਤਪ ਕੀਤਾ, ਬੇਅੰਤ ਕਮਾਈਆਂ ਐਸੀਆਂ ਕਮਾਈਆਂ ਕੀਤੀਆਂ। ਜੰਗਲਾਂ ਦੇ ਵਿੱਚ ਬੈਠੇ ਕੋਲੇ ਬੜੇ ਖਤਰਨਾਕ ਜਾਨਵਰ, ਬੜੇ ਖਤਰਨਾਕ ਸੱਪ ਠੂਹੇ, ਪਰ ਬਾਬਾ ਜੀ ਨੂੰ ਕਿਸੇ ਦਾ ਭੈ ਨਹੀਂ ਸੀ। ਨਿਰਭਉ ਜਪੈ ਸਗਲ ਭਉ ਮਿਟੇ। ਕਹਿਣਾ ਇਤਿਹਾਸ ਤਾਂ ਲੰਬਾ ਹੈ, ਜ਼ਿਆਦਾ 10 ਟਾਈਮ ਨਹੀਂ ਲਾਉਂਦਾ। ਕਹਿਣਾ ਕਿ ਇਹ ਵੀ ਪਰਮਾਤਮਾ ਦੇ ਹੁਕਮ ਵਿੱਚ ਵਿਚਰਦੇ ਹੈ, ਅਸੀਂ ਵੀ ਪਰਮਾਤਮਾ ਦੇ ਹੁਕਮ ਵਿੱਚ ਰਹੇ। ਜਾਂ ਅਸੀਂ ਇਹਨਾਂ ਨੂੰ ਕੁਛ ਨਹੀਂ ਕਹਿੰਦੇ, ਸਾਨੂੰ ਇਹਨਾਂ ਨੇ ਕੀ ਕਹਿਣਾ। ਇੱਕ ਵਾਰ ਦਾ ਜ਼ਿਕਰ ਹੈ, ਬਾਬਾ ਜੀ ਦੇ ਨਾਲ ਸੁਲੱਖਣ ਸਿੰਘ ਸਰਦਾਰ ਰਿਸ਼ੀਕੇਸ਼ ਦੇ ਜੰਗਲਾਂ ਵਿੱਚ ਜਾ ਰਹੇ ਆ। ਪੱਗ ਡੰਡੀ ਹੈ, ਤੁਰੇ ਜਾ ਰਹੇ ਹੈ, ਅੱਗੇ ਸ਼ੇਰ ਬੈਠਾ ਹੈ। ਸੁਲੱਖਣ ਸਿੰਘ ਇੱਕਦਮ ਤਰਬਕ ਕੇ ਕਹਿਣ ਲੱਗਾ, ਬਾਬਾ ਆਨੰਦ ਸਿੰਘ, ਬਾਬਾ ਜੀ ਸ਼ੇਰ। ਬਾਬਾ ਜੀ ਸੁਤੇ ਹੀ ਜਿਵੇਂ ਉਹਨਾਂ ਨੂੰ ਉਹਦਾ ਧਾਰ ਹੀ ਕਰਨਾ ਸੀ। ਬਾਬਾ ਫੇਰ ਕੀ ਹੋ ਗਿਆ ਜੀ, ਸ਼ੇਰ ਆ ਤਾਂ ਤੁਰਿਆ ਚੱਲ। ਸੁਲੱਖਣ ਸਿੰਘ ਪਿੱਛੇ ਹੋ ਗਿਆ, ਬਾਬਾ ਆਨੰਦ ਸਿੰਘ ਅੱਗੇ ਤੁਰੇ ਜਾਂਦੇ ਆ। ਅੱਗੇ ਜਾ ਕੇ ਬਾਬਾ ਜੀ ਨੇ ਸ਼ੇਰ ਦੇ ਹੱਥ 'ਤੇ ਸਿਰ ਫੇਰਨਾ ਸ਼ੁਰੂ ਕਰ ਦਿੱਤਾ। ਨਾਲ ਬਚਨ ਕੀਤਾ, ਲੈ ਬਈ ਆਏ ਨਾ ਕਹੀਂ ਵੀ ਆਏ ਸੀ ਕੋਲ ਦੀ ਲੰਘੇ, ਜੇ ਕੋਈ ਇੱਛਾ ਤਾਂ ਦੱਸ। ਇਸ ਤਰ੍ਹਾਂ ਬਾਬਾ ਜੀ ਕਰਕੇ ਅੰਗੇ ਲੰਘ ਸ਼ੇਰ ਉਸੇ ਤਰ੍ਹਾਂ ਸੌਂ ਗਿਆ। ਸੋ ਇਸ ਤਰ੍ਹਾਂ ਬਾਬਾ ਜੀ ਨਿਰਭੈ, ਉਹਨਾਂ ਦੀ ਸ਼ਕਤੀ ਇੰਨੀ ਸੀ, ਉਹਨਾਂ ਦਾ ਸਿਮਰਨ ਹੀ ਇੰਨਾ ਸੀ, ਜਿਹੜੇ ਖਤਰਨਾਕ ਤੋਂ ਖਤਰਨਾਕ ਜਾਨਵਰ ਵੀ ਉਹ ਮੋਹ ਬਣ ਜਾਂਦੇ ਸਨ। ਸੋ ਐਸੀਆਂ ਬਾਬਾ ਜੀ ਦੀਆਂ ਕਮਾਈਆਂ। ਸੇਵਕਾਂ ਨੂੰ ਵੀ ਐਸੇ ਕਮਾਈ ਕੀਤੀ। ਦੱਸਦੇ ਹੁਣੇ ਫੁਰਨਾ ਬਣਿਆ ਸੀ, ਜੋ ਸਤਿਕਾਰਯੋਗ ਗਿਆਨੀ ਪ੍ਰਿਤਪਾਲ ਸਿੰਘ ਜੀ ਨੇ ਸੱਤੇ ਬਲਵੰਡੇ ਦੀ ਇੱਕ ਗੱਲ ਕੀਤੀ ਸੀ। ਦੱਸਦੇ ਹੋ ਸਾਖੀ ਯਾਦ ਆ ਗਈ। ਇੱਕ ਪੂਰਨਮਾਸ਼ੀ ਦਾ ਦੀਵਾਨ ਹੈ, ਕੀਰਤਨ ਹੋ ਰਿਹਾ ਹੈ, ਰਾਗੀ ਸੰਤਾ ਸਿੰਘ ਜੀ ਕੀਰਤਨ ਕਰ ਰਹੇ ਹੈ। ਬਾਬਾ ਜੀ ਜਿਸ ਤਰ੍ਹਾਂ ਹੁਣ ਤਲਾਈ ਹੈ, ਤਲਾਈ ਦੇ ਵਿੱਚ ਸਮਾਧੀ 'ਚ ਹੈ। ਸੰਗਤਾਂ ਬੜੀਆਂ ਆ ਰਹੀਆਂ ਨੇ, ਬੜੀਆਂ ਸੰਗਤਾਂ ਜੁੜੀਆਂ ਹੋਈਆਂ ਨੇ ਦਰਬਾਰ ਵਿੱਚ, ਲੰਗਰ ਲੈ ਕੇ ਆ ਰਹੇ ਨੇ, ਹੋਰ ਬੇਅੰਤ ਪਦਾਰਥ ਲੈ ਕੇ ਆ ਰਹੇ ਨੇ। ਬੜਾ ਇਕੱਠ ਹੈ, ਗਹਿਮਾ ਗਹਿਮ ਹੋਈ ਹੈ। ਰਾਗੀ ਸੰਤਾ ਸਿੰਘ ਦੇ ਮਨ ਵਿੱਚ ਫੁਰਨਾ ਬਣ ਗਿਆ ਕਿ ਜਦੋਂ ਮੈਂ ਆਇਆ ਸੀ ਉਦੋਂ ਵਿਰਲਾ ਕੋਈ ਟਾਵਾਂ ਹੀ ਬੰਦਾ ਆਉਂਦਾ ਸੀ। ਜਦੋਂ ਦਾ ਮੈਂ ਕੀਰਤਨ ਕਰਨ ਲੱਗਿਆ, ਕਿੰਨੀਆਂ ਸੰਗਤਾਂ ਦਾ ਇਕੱਠ ਹੈ, ਕਿੰਨੀਆਂ ਸੰਗਤਾਂ ਹੁਮਾ ਕੇ ਆ ਰਹੀਆਂ, ਕਿੰਨਾ ਰੌਣਕ ਮੇਲਾ ਹੋਇਆ। ਇੰਨਾ ਕੁ ਫੁਰਨਾ ਬਣਿਆ ਸੀ। ਬਾਬਾ ਆਨੰਦ ਸਿੰਘ ਨੇ ਸਮਾਧੀ ਖੋਲ੍ਹੀ। ਸੰਤਾ ਸਿੰਘ ਨੂੰ ਕਹਿਣ ਲੱਗੇ, ਸੰਤਾ ਸਿੰਘ ਪਿੱਛੇ ਹਟ। ਉਹਨੂੰ ਪਤਾ ਨਾ ਲੱਗਿਆ। ਫਿਰ ਬਾਬਾ ਜੀ ਨੇ ਫਿਰ ਦੂਜੀ ਵਾਰ ਕਿਹਾ ਪਿੱਛੇ ਹਟ। ਤੀਜੀ ਵਾਰ ਫਿਰ ਬਾਬਾ ਜੀ ਨੇ ਪਿੱਛੇ ਹਟਾਤਾ। ਕਹਿੰਦੇ ਚੱਲ ਲੈਣ ਤੋਂ ਪਾਰ। ਕੀਰਤਨ ਹੋਰ ਸਿੰਘ ਨੂੰ ਲਾਤਾ। ਇੱਕ ਹਫ਼ਤਾ ਬਾਬਾ ਜੀ ਨੇ ਬੁਲਾਇਆ ਨਹੀਂ। ਅਤੇ ਰਾਗੀ ਸੰਤਾ ਸਿੰਘ ਬੜੇ ਸੰਗੀਆਂ ਨੂੰ ਬੇਨਤੀਆਂ ਕਰਦਾ ਹੈ, ਪਤਾ ਨਹੀਂ ਮੇਰੇ ਤੋਂ ਕੀ ਭੁੱਲ ਗਲਤੀ ਹੋਈ ਹੈ, ਮੈਂ ਕੋਈ ਗੱਲ ਵੀ ਨਹੀਂ ਕੀਤੀ ਕਿਸ ਤਰ੍ਹਾਂ ਦੀ, ਬਾਬਾ ਜੀ ਨੇ ਕਿਉਂ ਮੈਨੂੰ ਕੱਢ ਦਿੱਤਾ, ਬੇਨਤੀਆਂ ਕਰੀ ਜਾਂਦਾ। 7ਵੇਂ ਦਿਨ ਫਿਰ ਜੋ ਭਾਈ ਰਤਨ ਸਿੰਘ ਸੀ ਬਜ਼ੁਰਗ, ਬਾਬਾ ਜੀ ਦੇ ਬਾਲ ਸਿਖਾਈ ਕਲੇਰਾਂ ਵਾਲੇ, ਉਹਨਾਂ ਨੂੰ ਬੇਨਤੀ ਕੀਤੀ। ਉਹਨਾਂ ਨੇ ਫਿਰ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੂੰ ਬੇਨਤੀ ਕਿ ਬਾਬਾ ਜੀ ਰਾਗੀ ਸੰਤਾ ਸਿੰਘ ਰੋਜ਼ ਹੀ ਬੇਨਤੀਆਂ ਕਰਦਾ, ਬਖਸ਼ ਲਓ, ਜਿਹੜੀ ਕੋਈ ਭੁੱਲ ਗਲਤੀ ਉਹ ਸੋਝੀ ਪਾਓ, ਗਾਹ ਨੂੰ ਨਾ ਹੋਵੇ। ਬਾਬਾ ਜੀ ਕਹਿੰਦੇ ਬੁਲਾ ਲਾ। ਦੀਵਾਨ 'ਚ ਬੈਠੇ ਹੈ,
ਕੋਲੇ ਆ ਕੇ ਸੰਤਾ ਸਿੰਘ ਬੈਠ ਗਿਆ। ਬਾਬਾ ਜੀ ਨੇ ਰਤਨ ਸਿੰਘ ਨਾਲ ਗੱਲ ਚਲਾ ਲਈ। ਰਤਨ ਸਿੰਘ, ਜਦੋਂ ਅਸੀਂ ਇੱਥੇ ਬੈਠੇ ਸੀ, ਜਦੋਂ ਸੰਤਾ ਸਿੰਘ ਆਇਆ ਨਹੀਂ ਸੀ, ਉਦੋਂ ਸਾਡੇ ਕੋਲ ਕੋਈ ਬੰਦਾ ਆਉਂਦਾ ਸੀ। ਜਦੋਂ ਦਾ ਸੰਤਾ ਸਿੰਘ ਆ ਕੇ ਕੀਰਤਨ ਕਰਨ ਲੱਗਿਆ, ਕਿੰਨੀ ਗਹਿਮਾ ਗਹਿਮ ਹੋਈ ਹੈ, ਕਿੰਨੀਆਂ ਸੰਗਤਾਂ ਆ ਰਹੀਆਂ, ਕਿੰਨੇ ਪਦਾਰਥ ਆ ਰਹੇ ਆ। ਜੇ ਸੰਤਾ ਸਿੰਘ ਨਾ ਆਉਂਦਾ ਤਾਂ ਸਾਨੂੰ ਕਿਹਨੇ ਪੁੱਛਣਾ ਸੀ ਇੱਥੇ। ਇਹ ਕੀਰਤਨ ਕਰੇ ਤੇ ਸੰਗਤਾਂ ਆਉਣ। ਜਦੋਂ ਇੰਨਾ ਉਹਦੇ ਮਨ 'ਚ ਫੁਰਨਾ ਯਾਦ ਆਇਆ, ਬਾਬਾ ਜੀ ਤੋਂ ਮਾਫੀ ਮੰਗੀ, ਲੰਮਾ ਪਿਆ, ਬਾਬਾ ਜੀ ਬਖਸ਼ ਲਓ, ਕਿਰਪਾ ਕਰੋ। ਇਸ ਤਰ੍ਹਾਂ ਬਾਬਾ ਜੀ ਨੇ ਮਤਲਬ ਇੰਨੀਆਂ ਪੜ੍ਹਾਈਆਂ ਸੇਵਾਦਾਰਾਂ ਨੂੰ ਵੀ ਕਰਾਈਆਂ, ਫੁਰਨਾ ਵੀ ਨਹੀਂ ਸੀ ਕੋਈ ਐਸਾ ਬਣਨ ਦਿੰਦੇ। ਸੋ ਐਸੀ ਕਿਰਪਾ ਬਾਬਾ ਆਨੰਦ ਸਿੰਘ ਨੇ ਇੱਥੇ ਸਭ ਤੋਂ ਪਹਿਲਾਂ ਜਦੋਂ ਝੋਰੜਾਂ ਵਿਖੇ ਆਏ ਆ, ਇਸੇ ਸਥਾਨ 'ਤੇ ਚਰਨ ਪਾਏ ਆ ਬਾਬਾ ਜੀ ਨੇ। ਇੱਥੇ ਸਾਖੀਆਂ ਆਪ ਜੀ ਨੇ ਸੁਣੀਆਂ ਹੀ ਹੈ। ਗਰਮੀਆਂ ਦੇ ਵਿੱਚ ਬਾਬਾ ਜੀ ਇੱਥੇ ਟਹਿਲਦੇ ਫਿਰਦੇ ਆ, ਸਾਡਾ ਹੀਰਾ ਲਾਲ ਗਵਾਚਿਆ ਹੋਇਆ। ਅਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੂੰ ਲੈਣ ਆਏ ਸੀ। ਬਾਬਾ ਜੀ ਇੱਥੇ ਇੱਕ ਵਾਰੀ ਸਜੇ ਹੋਏ ਹੈ। ਬਾਬਾ ਜੀ ਦੇ ਦਾਦਾ ਜੀ ਬਾਬਾ ਜੀ ਦੇ ਚਰਨਾਂ 'ਚ ਬੈਠੇ ਆ, ਬਾਬਾ ਆਨੰਦ ਸਿੰਘ ਜੀ ਦੇ, ਬਾਬਾ ਈਸ਼ਰ ਸਿੰਘ ਦੇ ਦਾਦਾ ਜੀ। ਬਾਬਾ ਜੀ ਕਹਿਣ ਲੱਗੇ, ਬਜ਼ੁਰਗੋ ਤੁਹਾਡੇ 5 ਪੋਤਰੇ ਹੈ, ਇੱਕ ਪੋਤਰਾ ਸਾਨੂੰ ਦੇ ਦਿਓ। ਬਜ਼ੁਰਗ ਕਹਿਣ ਲੱਗੇ, ਬਾਬਾ ਜੀ ਇਹ ਕੰਮ ਮੈਂ ਨਹੀਂ ਕਰਨਾ, ਅਸੀਂ 2 ਮੁਰੱਬਿਆਂ ਦੇ ਮਾਲਕ ਹਾਂ। ਲੋਕ ਕਹਿਣਗੇ ਲੈ ਸਾਧ ਬਣਾਤਾ ਆਪਣਾ ਮੁੰਡਾ। ਦੂਜੀ ਗੱਲ ਬਈ ਸਾਧ ਲੈ ਤਾਂ ਜਾਂਦੇ ਆ, ਪਰ ਐਵੇਂ ਬਾਲਟੀ ਚੱਕ ਕੇ ਗਜਾ ਕਰਨ ਲਾ ਦਿੰਦੇ ਆ, ਰੋਟੀ ਮੰਗਣ ਲਾ ਦਿੰਦੇ ਆ। ਬਾਬਾ ਆਨੰਦ ਸਿੰਘ ਜੀ ਬੜੇ ਰੋਹ 'ਚ ਆ ਕੇ ਕਹਿਣ ਲੱਗੇ, ਬਜ਼ੁਰਗੋ ਅਸੀਂ ਉਹ ਸਾਧ ਨਹੀਂ ਹੈ, ਅਸੀਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਹੈ। ਜੇ ਤੇਰਾ ਪੋਤਰਾ ਇੱਕ ਸਾਡੇ ਕੋਲ ਚਲਿਆ ਗਿਆ, ਇਹਨੇ ਤਾਂ ਕੀ ਮੰਗਣਾ, ਜਿਹੜਾ ਇਹਦਾ ਨਾਂ ਵੀ ਕੋਈ ਲਊਗਾ ਨਾ ਉਹਨੂੰ ਵੀ ਮੰਗਣਾ ਨਹੀਂ ਪਊਗਾ। ਜਿਹੜਾ ਤੁਸੀਂ ਕਹਿੰਦੇ ਹੋ ਬਈ ਸਾਧ ਆ ਜਿਹੜੇ, ਅਸੀਂ 2 ਮੁਰੱਬਿਆਂ ਦੇ ਮਾਲਕ ਹੈ, ਸਾਧ ਬਣਾਤਾ। ਬਾਬਾ ਜੀ ਕਹਿੰਦੇ 2 ਮੁਰੱਬਿਆਂ ਦੇ ਮਾਲਕ ਹੀ, ਜੇ ਤੂੰ ਆਪਣਾ ਪੋਤਰਾ ਇੱਕ ਦੇ ਦੇਵੇਂ, ਮੁਰੱਬਿਆਂ ਵਾਲੇ ਕੀ ਇੱਥੇ ਰਾਜੇ ਮਹਾਰਾਜੇ ਝੋਲੀਆਂ ਅੱਡ ਕੇ ਦਾਤਾਂ ਮੰਗਿਆ ਕਰਨਗੇ ਇਹਨਾਂ ਤੋਂ। ਸੋ ਬਾਬਾ ਜੀ ਨੇ ਲੈ ਹੀ ਜਾਣਾ ਸੀ, ਚੋਜ ਕਰ ਰਹੇ ਸੀ, ਬਾਬਾ ਜੀ ਲੈ ਗਏ। ਫਿਰ ਬੇਅੰਤ ਬਾਬਾ ਜੀ ਨੇ ਸੇਵਾਵਾਂ ਕੀਤੀਆਂ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਗਰੋਟੇ ਗੁਫਾ ਦੇ ਵਿੱਚ ਤਪੱਸਿਆ ਕਰਦੇ ਆ। ਸਰਦੀਆਂ ਦੇ ਦਿਨ ਬਾਬਾ ਗੁਰਚਰਨ ਸਿੰਘ ਜੀ, ਬਾਬਾ ਗੁਰਜੀਤ ਹੁਣੇ ਪ੍ਰੋਗਰਾਮ ਕਰਕੇ ਆਏ ਨੇ ਬਹੁਤ ਵੱਡਾ ਉੱਥੇ ਬਾਬਾ ਗੁਫਾ ਦੇ ਵਿੱਚ ਬਾਬਾ ਆਨੰਦ ਸਿੰਘ ਜੀ, ਅਤੇ ਇੱਕ ਸਾਈਡ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਜਗ੍ਹਾ ਬਣਾਈ ਹੋਈ ਹੈ। ਰਾਗੀ ਥੋੜ੍ਹਾ ਜਿਹਾ ਉੱਪਰ ਜਾ ਕੇ 100 ਕਦਮ ਦੇ ਉੱਪਰ ਜਾ ਕੇ ਵੱਖਰੇ ਉਹਨਾਂ ਦੇ ਰਿਹਾਇਸ਼ ਸੀ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਕਹਿਣਾ, ਜੇ ਅਸੀਂ ਰਾਗੀਆਂ ਕੋਲੇ ਚਲੇ ਗਏ, ਰਾਤ ਨੂੰ ਬਾਬਾ ਆਨੰਦ ਸਿੰਘ ਜੀ ਨੂੰ ਕੋਈ ਕੰਮ ਲੋੜ ਪੈ ਗਈ ਅਤੇ ਸਾਡੀ ਸੇਵਾ ਅਧੂਰੀ। ਬਾਬਾ ਜੀ ਅੰਦਰ ਗੁਫਾ ਦੇ ਵਿੱਚ, ਬਾਬਾ ਜੀ ਬਾਹਰ ਹੀ ਖੜ੍ਹੇ ਆ। ਸਰਦੀਆਂ ਦੇ ਦਿਨ ਬੜਾ ਠੱਕਾ ਚੱਲ ਰਿਹਾ ਹੈ ਅਤੇ ਇੰਨੀ ਸਰਦੀ ਪਈ, ਬਾਬਾ ਜੀ ਸੁੰਨ ਹੋ ਕੇ ਡਿੱਗ ਪਏ। ਜਦੋਂ ਖੜਕਾ ਹੋਇਆ, ਬਾਬਾ ਆਨੰਦ ਸਿੰਘ ਨੇ ਦੇਖਿਆ ਕੀ ਹੋਇਆ, ਅਤੇ ਬਾਬਾ ਈਸ਼ਰ ਸਿੰਘ ਡਿੱਗੇ ਪਿਆ। ਚੁੱਕ ਕੇ ਅੰਦਰ ਲੈ ਕੇ ਗਏ, ਆਪਣੇ ਆਸਣ 'ਤੇ ਪਾਇਆ, ਉੱਪਲ ਕੰਬਲ ਲੋਈ ਦਿੱਤੀ, ਨਿੱਘ ਦਿੱਤਾ। ਜਦੋਂ ਬਾਬਾ ਜੀ ਨੂੰ ਸੁਰਤ ਆਈ, ਬਾਬਾ ਜੀ ਫਟਾਫਟ ਉੱਠਣ ਲੱਗੇ। ਬਾਬਾ ਆਨੰਦ ਸਿੰਘ ਦੇ ਅਸੀਂ ਆਸਣ 'ਤੇ ਕਿਵੇਂ ਆ ਗਏ? ਬਾਬਾ ਜੀ ਕਹਿਣ ਲੱਗੇ, ਪੈ ਜਾ ਕੋਈ ਨਹੀਂ, ਬਹਿ ਜਾ, ਫਿਰ ਵੀ ਇਸੇ ਆਸਣ 'ਤੇ ਬਹਿਣਾ। ਸੋ ਇਸ ਤਰ੍ਹਾਂ ਦੀਆਂ ਬਖਸ਼ਾਂ ਬਾਬਾ ਜੀ ਨੇ ਸੇਵਾਵਾਂ ਕੀਤੀਆਂ ਅਤੇ ਐਸੀਆਂ ਬਖਸ਼ਾਂ ਲਈਆਂ। ਫਿਰ ਬਾਬਾ ਆਨੰਦ ਸਿੰਘ ਦਾ ਰੂਪ ਹੀ ਹੋ ਗਏ। ਫਿਰ ਐਸੀਆਂ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਬਖਸ਼ਾਂ ਕੀਤੀਆਂ। ਪਿੰਡਾਂ ਸ਼ਹਿਰਾਂ ਦੇ ਵਿੱਚ ਦੀਵਾਨ ਜਾਣਾ ਸਮਾਂ ਕਾਫੀ ਦੱਸ ਤੋਂ ਲੱਗ ਨਾ ਜਾਵੇ ਜ਼ਿਆਦਾ, ਇੰਨੀਆਂ ਬਖਸ਼ਾਂ ਕੀਤੀਆਂ। ਫਿਰ ਇੱਕ ਦੀਵਾਨ ਦੇ ਵਿੱਚ 3-3 4-4 ਬੰਦੇ ਨੂੰ ਅੰਮ੍ਰਿਤ ਛਕਾਉਣਾ। ਇੱਕ ਦਿਨ 8000 ਨੂੰ ਵੀ ਅੰਮ੍ਰਿਤ ਛਕਾਇਆ ਭਾਈ ਕੀ ਸਮਾਧ। ਸੋ ਥੋੜ੍ਹੇ ਸਮੇਂ ਦੇ ਵਿੱਚ 7.5 ਲੱਖ ਪ੍ਰਾਣੀ ਨੂੰ ਅੰਮ੍ਰਿਤ ਛਕਾਇਆ। ਬੇਅੰਤ ਆਈਆਂ ਮੌਤਾਂ ਮੋੜੀਆਂ, ਜਿਨ੍ਹਾਂ ਨੂੰ ਮੌਤਾਂ ਆ ਗਈਆਂ ਅਸੀਂ ਮੌਤਾਂ ਮੋੜੀਆਂ। ਬਖਸ਼ਾਂ ਕੀਤੀਆਂ ਬਾਬਾ ਜੀ ਨੇ। ਜਿਨ੍ਹਾਂ ਦੇ ਕਿਤੇ 10-10 20-20 ਸਾਲ ਹੋ ਗਏ ਸੀ, ਕਿਤੇ ਔਲਾਦ ਨਹੀਂ ਸੀ, ਉਹਨਾਂ 'ਤੇ ਬਖਸ਼ਾਂ ਕੀਤੀਆਂ। ਬੇਅੰਤ ਬਖਸ਼ਾਂ ਕੀਤੀਆਂ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਨੇ। ਸੋ ਉਹਨਾਂ ਤੋਂ ਵਰੋਂ ਸਾਹਿਬ ਮਹਾਂਪੁਰਖ ਸੰਤ ਬਾਬਾ ਕੁੰਦਨ ਸਿੰਘ ਜੀ, ਜਿਨ੍ਹਾਂ 'ਤੇ ਸਤਿਗੁਰਾਂ ਦੀ ਅਪਾਰ ਬਖਸ਼ਾ ਬਾਬਾ ਜੀ ਨੇ ਡਿਊਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲਾਈ, ਜਿਨ੍ਹਾਂ ਨੇ ਸਾਰੀ ਉਮਰ ਅਖੀਰੀ ਸਵਾਸਾਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਨਿਭਾਈ। ਸੋ ਇਹ ਦਰਗਾਹੀ ਡਿਊਟੀਆਂ ਲੈ ਕੇ ਮਹਾਂਪੁਰਖ ਆਉਂਦੇ ਹਨ। ਦਰਗਾਹ ਦੇ ਵਿੱਚੋਂ ਡਿਊਟੀਆਂ ਲੈ ਕੇ ਆਪਣੀਆਂ ਡਿਊਟੀਆਂ ਪੁਗਾ ਕੇ, ਉਹਨਾਂ ਨੂੰ ਕੋਈ ਹਰਖ ਸੋਗ ਨਹੀਂ ਹੁੰਦਾ, ਡਿਊਟੀਆਂ ਕਰਕੇ ਫਿਰ ਪਰਮਾਤਮਾ ਦੇ ਉਸੇ ਤਰ੍ਹਾਂ ਹੀ ਚਰਨ ਵਿੱਚ ਚਲੇ ਜਾਂਦੇ ਹਨ। ਹੁਣ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ ਵਰਸੀ ਦਾ ਦਿਹਾੜਾ ਆ ਰਿਹਾ ਹੈ। ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਕਈ ਸਾਲ ਪਹਿਲਾਂ ਹੀ ਬਚਨ ਕਰਨ ਲੱਗ ਗਏ ਸੀ ਕਿ ਸਾਡੇ ਕੋਲੇ ਟਾਈਮ ਬੜਾ ਥੋੜ੍ਹਾ, ਕੋਟਾ ਬੜਾ ਥੋੜ੍ਹਾ, ਸੰਗਤਾਂ ਟਾਈਮ ਬਹੁਤ ਜ਼ਿਆਦਾ ਮੰਗਦੀਆਂ ਨੇ। ਬੜੇ ਬਾਬਾ ਜੀ ਨੇ ਬਚਨ ਕੀਤੇ। ਸੋ ਇਸ ਤਰ੍ਹਾਂ ਬਾਬਾ ਜੀ ਨੇ ਬਹੁਤ ਸੰਗਤਾਂ ਨੂੰ ਪਹਿਲਾਂ ਹੀ ਵਿਚਾਰਾਂ ਦੱਸੇ। ਸਪਰੂਨ ਬਾਬਾ ਜੀ ਗਏ ਪਹਾੜਾਂ ਦੇ ਵਿੱਚ ਬਰਸੀ ਤੋਂ ਬਾਅਦ, ਉੱਥੇ ਬਾਬਾ ਜੀ ਬਚਨ ਕਰਨ ਲੱਗੇ। 9-10 ਵਜੇ ਬਾਹਰ ਆ ਕੇ, ਭਾਈ ਐਸਾ ਸਮਾਂ ਦੇਖਿਆ ਸੀ, ਜਾਣੀ 35-36 ਫੁੱਟ ਪਾਣੀ ਡੂੰਘਾ ਅਤੇ ਬੜਾ ਤੇਜ਼ ਚੱਲ ਰਿਹਾ, ਉੱਥੇ ਪੱਥਰ ਵੀ ਨਹੀਂ ਰੁੜਦੇ ਗੇ, ਰੁਕਦੇ ਗੇ, ਰੁੜੇ ਜਾਂਦੇ।
ਇਸ ਤਰ੍ਹਾਂ ਦਾ ਭਿਆਨਕ ਸਮਾਂ ਦੇਖਿਆ। ਕੋਲੇ ਇੱਕ ਗੁੱਜਰ ਸਿੰਘ ਸੀ ਜਿਹੜਾ ਗੱਡੀ ਚਲਾਉਂਦਾ ਸੀ। ਰਾਗੇ ਬਾਬਾ ਜੀ ਹਾਂ ਮੈਂ ਅਖਬਾਰ 'ਚ ਪੜ੍ਹਿਆ ਬੜਾ ਪਾਣੀ ਆਇਆ ਹੈ। ਬਾਬਾ ਜੀ ਨੇ ਕਈ ਹੋਰ ਵੀ ਭਵਿੱਖ ਵਚਨ ਕਰਨੇ ਸੀ, ਪਰ ਬਾਬਾ ਜੀ ਚੁੱਪ ਕਰ ਗਏ। ਸ਼ਿਮਲੇ ਚਲੇ ਗਏ। ਸ਼ਿਮਲੇ ਤੋਂ ਮੁੜਨ ਲੱਗੇ 10 ਅੱਸੂ ਨੂੰ। 17 ਅੱਸੂ ਦੀ ਪੁੰਨਿਆ ਸੀ। ਸੰਗਤ ਨੇ ਬੇਨਤੀ ਕੀਤੀ ਬਾਬਾ ਜੀ ਪੁੰਨਿਆ ਅੱਗੇ ਸਾਨੂੰ ਦੇ ਕੇ ਜਾਂਦੇ, ਕਿਰਪਾ ਕਰੋ ਪੁੰਨਿਆ ਕਰਕੇ ਜਾਇਓ। ਬਾਬਾ ਜੀ ਕਹਿਣ ਲੱਗੇ ਸਾਡੀ ਇਹੀ ਪੁੰਨਿਆ ਅਸੀਂ ਨਾਨਕ ਜਾ ਕੇ ਕਰਨੀ ਆ, ਸੰਗਤਾਂ ਦੂਰੋਂ ਨੇੜੇ ਆ ਕੇ ਦਰਸ਼ਨ ਕਰ ਲੈਣਗੀਆਂ। ਸੋ ਬਾਬਾ ਜੀ ਉੱਥੋਂ ਆ ਗਏ। ਫਿਰ ਚੰਡੀਗੜ੍ਹ ਵਾਲੀ ਸੰਗਤ ਨੇ ਬਾਬਾ ਜੀ ਤੋਂ ਬਿਨਾਂ ਪੁੱਛੇ ਤੋਂ ਤਿਆਰੀ ਕਰ ਲਈ, ਛਾਇਆਬਨ ਲਾ ਤੇ ਸਭ ਤੇ ਇੰਤਜ਼ਾਮ ਕਰ ਲਿਆ। ਬੇਨਤੀ ਕੀਤੀ, ਬਾਬਾ ਜੀ ਕਹਿੰਦੇ ਸਾਨੂੰ ਪੁੱਛ ਤਾਂ ਲੈਣੇ, ਸਾਡੇ ਕੋਲ ਸਮਾਂ ਹੀ ਨਹੀਂ ਹੈ। ਇਸੇ ਤਰ੍ਹਾਂ ਬਾਬਾ ਜੀ ਫਿਰ ਪ੍ਰਸ਼ਾਦ ਦੇ ਕੇ ਨਾਨਕਸਰ ਆ ਗਏ। ਨਾਨਕਸਰ ਜਦੋਂ ਆਏ ਇੱਥੇ ਸੰਗਤਾਂ ਨੇ ਬੇਨਤੀ ਕੀਤੀ ਬਾਬਾ ਜੀ ਤੁਸੀਂ ਕਿੰਨੇ ਮਹੀਨੇ ਬਾਹਰ ਹੀ ਲਾਏ ਆਉਂਦੇ ਆ, ਅਸੀਂ ਦੇ ਦਰਸ਼ਨਾਂ ਨੂੰ ਤਰਸਦੇ ਨੇ। ਬਾਬਾ ਜੀ ਕਹਿੰਦੇ ਹੁਣ ਅਸੀਂ ਬਾਹਰ ਨਹੀਂ ਕਿਤੇ, ਹੁਣ ਇੱਥੇ ਹੀ ਰਹਾਂਗੇ। ਬਾਬਾ ਕੇਰ ਸਿੰਘ ਜੀ ਤੋਂ 1 ਮਹੀਨਾ ਪਹਿਲਾਂ 3 ਪ੍ਰਕਰਨ ਬਾਬਾ ਜੀ ਨੇ ਨਵੇਂ ਬਣਵਾਏ। ਬਾਬਾ ਕੇਰ ਸਿੰਘ ਜੀ ਤੋਂ ਇੱਕ ਕਬਹੂ ਸਾਹਿਬ ਦੇਖਿਆ ਭੈਣ, ਇੱਕ ਇਹ ਬਾਗੇ ਕੱਪੜ ਬੋਲੇ ਬੈਣ, ਕਬਹੂ ਸਾਹਿਬ ਦੇਖਿਆ ਭੈਣ ਵਿਛੋੜੇ ਦਾ। ਦੂਸਰਾ ਨਿਰੰਕਾਰ ਕੈ ਦੇਸ ਜਾਏ ਤਾਂ ਸੁਖ ਲਹੇ ਮਹੱਲ। ਤੀਜਾ ਗੁਰ ਸ਼ਬਦੀ ਗੋਬਿੰਦ ਗੱਜਿਆ। ਜਾਣੀ ਆਖੀਰੀ ਟਾਈਮ ਦੇ ਵਿੱਚ ਬਾਬਾ ਜੀ ਦੇ ਜਾਣ ਤੋਂ ਬਾਅਦ ਜਿਹੜੇ ਲਾਉਣੇ ਪੈਣੇ ਸੀ ਪਹਿਲਾਂ ਹੀ ਪ੍ਰਕਰਨ ਤਿਆਰ ਕਰਵਾ ਲਏ। ਸੋ 2 ਦਿਨ ਪਹਿਲਾਂ ਬਾਬਾ ਜੀ ਅੰਮ੍ਰਿਤਸਰ ਗਏ ਆ। ਅੰਮ੍ਰਿਤਸਰ ਤੋਂ ਵਾਪਸ ਫਿਰ ਬਾਬਾ ਜੀ ਜਿੱਧਰ ਹੁਣ ਧੰਨ ਧੰਨ ਬਾਬਾ ਕੁੰਦਨ ਸਿੰਘ ਦਾ ਸਥਾਨ ਬਣੇ ਉੱਥੋਂ ਗੱਡੀ ਤੋਂ ਉਤਰ ਕੇ ਸਾਰਾ ਪੁਰ ਤੁਰ ਕੇ ਆਏ। ਬਾਬਾ ਜੀ ਦਰਿਆ ਵੱਲ ਨੂੰ ਦੇਖਦੇ ਆ, ਸੰਗਤ ਨਾਲ ਤੁਰੀ ਆਉਂਦੀ ਆ। ਵਿੱਚ ਦਰਿਆ ਵਾਲੇ ਉੱਥੇ ਜਿਹੜੇ ਡਿਊਟੀਆਂ ਵਾਲੇ ਉਹਨਾਂ ਤੋਂ ਪੁੱਛ ਲਿਆ ਪਾਣੀ ਕਿੱਥੇ ਕੁ ਡੂੰਘਾ ਹੈ। ਉਹਨਾਂ ਨੇ ਬੇਨਤੀ ਕੀਤੀ ਬਾਬਾ ਜੀ ਸਾਨੂੰ ਇੱਥੇ ਟਾਈਮ ਦਿਓ। ਬਾਬਾ ਜੀ ਕਹਿੰਦੇ ਹੁਣ 2 ਕੁ ਦਿਨ ਅਸੀਂ ਲੈ ਗਏ, ਫਿਰ ਤੁਹਾਡੇ ਕੋਲ ਇੱਥੇ ਹੀ ਰਹਾਂਗੇ। ਸੋ ਇਸ ਤਰ੍ਹਾਂ ਦੇ ਬਾਬਾ ਜੀ ਭਵਿੱਖਤ ਬਚਨ। ਸਮਾਧ ਵਾਲੀ ਸੰਗਤ ਆ ਗਈ। ਬਾਬਾ ਜੀ ਕਿਰਪਾ ਕਰੋ ਸਮਾਧ ਗੁਰਦੁਆਰਾ ਬਣਾਓ ਆ ਕੇ। ਬਾਬਾ ਜੀ ਕਹਿੰਦੇ ਬਣਾਵਾਂਗੇ, ਤੁਸੀਂ ਇਹ ਤਿਆਰੀ ਕਰੋ। ਕਹਿੰਦੇ ਜੀ ਤਿਆਰੀ ਇੱਟਾਂ ਸਿੱਟੀਆਂ ਪਈਆਂ। ਕਹਿੰਦੇ ਜੀ ਉਹ ਤਾਂ ਬਾਬਾ ਜੀ ਕਹਿੰਦੇ ਉਹ ਤਾਂ ਨਿਵਾਂ 'ਚ ਹੀ ਪੈ ਜਾਣੀਆਂ, ਤੁਸੀਂ ਬਣਾਓ ਅਸੀਂ ਆਵਾਂਗੇ। ਸੋ ਜਦੋਂ ਸੰਗਤ ਨੇ ਇੱਥੇ ਬੇਨਤੀ ਨਾਨਕਸਰ ਕੀ ਕਹਿੰਦੇ ਹੁਣ ਨਾਨਕਸਾਰੀ ਨੇ ਕਿਤੇ ਜਾਣਾ ਨੇ, ਹੋਰ ਬਾਬਾ ਜੀ ਨੇ ਬਹੁਤ ਬੇਅੰਤ ਬਚਨ ਕੀਤੇ। ਸੋ ਇਸ ਤਰ੍ਹਾਂ ਮਹਾਂਪੁਰਖ ਦੁਨੀਆ ਦੇ ਭਲੇ ਵਾਸਤੇ ਆਉਂਦੇ ਹਨ, ਦੁਨੀਆ ਨੂੰ ਤਾਰਨ ਵਾਸਤੇ ਆਉਂਦੇ ਹਨ। ਦਾਸ ਕਈ ਵਾਰੀ ਬੇਨਤੀ ਕਰਦਾ ਹੁੰਦਾ ਆਮ ਤਾਂ ਕਹਾਵਤ ਹੈ ਤਿੰਨੇ ਜੱਗ ਜਿਉਂਦੇ ਹੈ, ਦਾਤਾ ਤੇ ਭਗਤ ਸੂਰਮਾ। ਪਰ ਮਹਾਂਪੁਰਖ ਜਿਹੜੇ ਹੁੰਦੇ ਆ ਉਹ ਦਾਤੇ ਵੀ ਹੁੰਦੇ ਆ, ਸੂਰਮੇ ਵੀ ਹੁੰਦੇ ਆ ਅਤੇ ਦਾਨੀ ਭਗਤ ਵੀ ਹੁੰਦੇ ਆ। ਭਗਤ ਤਾਂ ਹੁੰਦੇ ਹੀ ਹੈ, ਦਾਨੀ ਕੀ ਹੁੰਦੇ ਆ? ਸਤਿਗੁਰਾਂ ਦੀ ਬਾਣੀ ਦੱਸਦੀ ਆ ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ ਸਭ ਹਰ ਸਿਉ ਲੈਨ ਮਲਾਏ। ਸਭ ਤੋਂ ਵੱਡਾ ਦਾਨ ਜੀ ਦਾਨ ਦੇਣਾ, ਉਪਦੇਸ਼ ਕਰਕੇ ਜੀਵਨ ਨੂੰ ਗੁਰੂ ਦੇ ਨਾਲ ਜੋੜ ਦੇਣਾ, ਧਰਮ ਦੇ ਰਸਤੇ 'ਤੇ ਜੋ ਉਹਨੂੰ ਜੀਵਨ ਮੁਕਤ ਕਰ ਦੇਣਾ, ਉਹਦਾ ਭਲਾ ਕਰ। ਨਾਮ ਬੇੜੀ ਸੰਤ ਮਲਾ ਪਾਰ ਕਰਦੇ ਖਾਹ ਮਖਾ। ਇਹ ਸਭ ਤੋਂ ਵੱਡਾ ਦਾਨ ਹੈ। ਜਿਹੜੇ ਦਾਤੇ ਆ ਉਹ ਇਸ ਤਰ੍ਹਾਂ ਦੇ ਆ। ਜਿਹੜੇ ਸੂਰਮੇ ਆ ਸਤਿਗੁਰੂ ਬਾਣੀ ਵਿੱਚ ਦੱਸਦੇ ਹਨ ਜਿਹੜੇ ਮਹਾਂਪੁਰਖ ਪਰਮਾਤਮਾ ਦੇ ਨਾਲ ਜੁੜ ਜਾਂਦੇ ਹਨ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤਮਾ ਤ੍ਰਿਸ਼ਨਾ ਨਿੰਦਿਆ ਚੁਗਲੀ ਨੂੰ ਸਾਰਿਆਂ ਨੂੰ ਮਾਰ ਕੇ ਸੂਰਮੇ ਬਣ ਕੇ ਪਰਮਾਤਮਾ ਦੇ ਨਾਲ ਜੁੜ ਜਾਂਦੇ ਹਨ। ਸੋ ਇਸ ਤਰ੍ਹਾਂ ਮਹਾਂਪੁਰਖ ਸੂਰਮੇ ਵੀ ਹੁੰਦੇ ਆ, ਦਾਨੀ ਵੀ ਹੁੰਦੇ ਆ ਅਤੇ ਭਗਤ ਵੀ ਹੁੰਦੇ ਆ। ਸੋ ਇਹ ਮਹਾਂਪੁਰਖ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਵੀ ਐਸੇ ਮਹਾਨ ਪਰਉਪਕਾਰੀ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਪਰਉਪਕਾਰੀ ਅਤੇ ਧੰਨ ਧੰਨ ਬਾਬਾ ਕੁੰਦਨ ਸਿੰਘ ਜਿਨ੍ਹਾਂ ਦੀ ਆਪਾਂ ਯਾਦ ਮਨਾ ਰਹੇ ਹਾਂ। ਬਾਬਾ ਜੀ ਦੇ ਇਹ ਬਚਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਬਚਨ ਕੀਤੇ ਕਿ ਰੌਣ ਦਾ ਦੀਵਾ ਤਾਂ ਗੁੱਲ ਹੋ ਗਿਆ ਸੀ, ਪਰ ਨਾਨਕਸਰ ਦੀਆਂ ਦਿਨੋਂ ਦਿਨ ਨਵੀਆਂ ਤੋਂ ਨਵੀਆਂ ਲਾਈਟਾਂ ਚਮਕਣਗੀਆਂ। ਸੋ ਇਹ ਆਪਾਂ ਦੇਖ ਰਹੇ ਹਾਂ ਬਾਬਾ ਜੀ ਦੇ ਬਚਨਾਂ ਸਾਰੀ ਦੁਨੀਆ 'ਤੇ ਮਰਜ਼ਾਦਾ ਚੱਲਣੀ ਹੈ ਇਹ। ਸੋ ਤੁਸੀਂ ਨਾਨਕਸਰ ਨਾ ਛੱਡਿਓ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਨਿਤਨੇਮ ਨਾ ਛੱਡਿਓ, ਦਰਗਾਹ ਨੂੰ ਛਾਲਾਂ ਮਾਰਦੇ ਆਇਓ, ਉਦਾਸ ਬਣਾਇਓ, ਢਿੱਲੇ ਬਣਾਇਓ। ਬਾਬਾ ਜੀ ਅੱਜ ਹੀ ਬਚਨ ਲੱਗੇ ਸੀ, ਕਹਿੰਦੇ ਛਾਲਾਂ ਮਾਰਦੇ ਆਇਓ ਦਰਗਾਹ ਨੂੰ, ਅਸੀਂ ਤੁਹਾਡਾ ਟਿਕਟ ਦੇਖਣਾ ਜਿਹੜਾ ਨਿਤਨੇਮ ਹੈ। ਸੋ ਇਸ ਕਰਕੇ ਸਾਰਿਆਂ ਮਹਾਂਪੁਰਖਾਂ ਦਾ ਬਾਬਾ ਜੀ ਆਪਣੇ ਬਾਬਾ ਜੀ ਜਿੰਨੇ ਹੋਏ ਨੇ ਉਹਨਾਂ ਦਾ ਇਹੀ ਉਪਦੇਸ਼ ਹੈ, ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਨਿਤਨੇਮ ਨਾਲ ਕਰਨਾ ਅਤੇ ਨਾਨਕ ਸਾਹਿਬ ਦੀ ਸੰਗਤ ਕਰਨੀ। ਸੋ ਇਹਦੇ ਵਿੱਚ ਆਪਣੇ ਸਾਰਾ ਇਹ ਲੋਕ ਸੁਖੀਆ ਪਰਲੋਕ ਸੁਹੇਲਾ ਹੈ। ਸੋ ਉਹਨਾਂ ਤੋਂ ਵਰੋਂ ਸਾਹਿਬ ਜੋ ਅੱਜ ਮੌਜੂਦਾ ਸੇਵਾ ਕਰ ਰਹੇ ਹਨ ਬਹੁਤ ਹੀ ਸਤਿਕਾਰਯੋਗ ਬਾਬਾ ਗੁਰਜੀਤ ਸਿੰਘ ਜੀ, ਜੋ ਬੜੇ ਪਿਆਰ ਵਾਲੇ, ਬੜੇ ਨਿਮਰਤਾ ਵਾਲੇ, ਬੜੇ ਮਿਲਾਪੜੇ, ਬਹੁਤ ਸਤਿਗੁਰਾਂ ਦੀ ਕਿਰਪਾ ਹੈ ਇਹਨਾਂ 'ਤੇ। ਇਹ ਬਾਬਾ ਗੇਜਾ ਸਿੰਘ ਜੀ ਦਾ ਬਹੁਤ ਸਤਿਕਾਰ ਕਰਿਆ ਕਰਦੇ ਸਨ ਅਤੇ ਬਾਬਾ ਗੇਜਾ ਸਿੰਘ ਜੀ ਇਹਨਾਂ 'ਤੇ ਫੁੱਲ ਵਰਸਾਉਂਦੇ ਸਨ। ਸਤਿਕਾਰ ਇੱਕ ਦੂਜੇ ਦਾ ਕਿੰਨਾ ਕਰਨਾ। ਸੋ ਇਹਨਾਂ ਨੇ ਕਹਿਣਾ ਸਾਨੂੰ, ਇਹਨਾਂ ਨੇ ਸਭ ਤੋਂ ਪਹਿਲਾਂ ਸਨਮਾਨ ਤਾਂ ਇਹਨਾਂ ਨੇ ਕੀਤਾ ਸੀ ਜਦੋਂ ਸਾਨੂੰ ਸੇਵਾ ਮਿਲੀ।
ਸੋ ਬਾਬਾ ਜੀ ਨੇ ਕਹਿਣਾ ਇਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵੱਡਿਆਂ ਦੀ ਸੇਵਾ ਕਰਦੇ ਹੈ। ਸੋ ਇਸ ਤਰ੍ਹਾਂ ਇਹਨਾਂ ਨੇ ਹੁਣ ਡਿਊਟੀ ਜਿਹੜੀ ਹੈ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਆ ਕਰ ਰਹੇ ਹੈ। ਨਾਲ ਬਹੁਤ ਹੀ ਸਤਿਕਾਰਯੋਗ ਬਾਬਾ ਗੁਰਚਰਨ ਸਿੰਘ ਜੀ ਜੋ ਬਹੁਤ ਹੀ ਪੁਰਾਣੇ ਮਹਾਂਪੁਰਖ, ਬੜੇ ਮਿਲਾਪੜੇ, ਬੜੇ ਨਿਤਨੇਮੀ ਸਿਮਰਨ ਬੰਦਗੀ ਵਾਲੇ ਜੀਵਨ ਵਾਲੇ ਮਹਾਂਪੁਰਖ ਹਨ ਸਾਰੇ। ਬਾਬਾ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ, ਧੰਨ ਧੰਨ ਬਾਬਾ ਕੁੰਦਨ ਸਿੰਘ, ਜਿੰਨੀ ਵੀ ਫਲਵਾੜੀ ਹੈ, ਸਤਿਕਾਰਯੋਗ ਬਾਬਾ ਸੁਖਦੇਵ ਸਿੰਘ ਜੀ, ਜਾਂ ਜਿੰਨੇ ਵੀ ਮਹਾਂਪੁਰਖ ਆ ਸਾਰੇ ਹੀ ਸਤਿਕਾਰਯੋਗ ਹੈ। ਬਾਬਾ ਜੀ ਦੀ ਮਰਜ਼ਾਦਾ ਦੇ ਵਿੱਚ ਬਾਬਾ ਜੀ ਦਾ ਨਾਮ ਹੋਰ ਚਮਕਾ ਰਹੇ ਆ, ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਚਾਰ ਕਰ ਰਹੇ ਆ। ਇਹ ਬਾਬਾ ਜੀ ਦੀਆਂ ਬਖਸ਼ੀਆਂ ਰੂਹਾਂ, ਇਹ ਪੁਰਾਣੀਆਂ ਹੀ ਬਾਬਾ ਜੀ ਦੇ ਬਚਨ ਹੈ। ਇੱਥੇ ਨਵਾਂ ਕੋਈ ਆਉਂਦਾ ਹੀ ਨਹੀਂ, ਪੁਰਾਣੇ ਹੀ ਸਾਰੇ ਆ ਰਹੇ ਹੈ। ਸੋ ਇਸ ਜਿਹੜੀਆਂ ਪੁਰਾਣੀਆਂ ਰੂਹਾਂ ਉਹੀ ਬਾਬਾ ਜੀ ਦੇ ਵਚਨਾਂ ਵੀ ਸਾਰਾ ਆ ਕੇ ਡਿਊਟੀਆਂ ਸੰਭਾਲੀ ਜਾਂਦੀਆਂ, ਸੇਵਾ ਕਰੀ ਜਾਂਦੀਆਂ। ਇਹ ਮਰਜ਼ਾਦਾ ਸਾਰੀ ਦੁਨੀਆ 'ਤੇ ਚੱਲਣੀ ਆ। ਉਦੋਂ ਥੋੜ੍ਹੇ ਥਾਂ ਦੇ ਵਿੱਚ ਹੀ ਪੰਜਾਬ ਦੇ ਵਿੱਚ ਤਾਂ 2-4 ਗੁਰਦੁਆਰੇ ਬਾਹਰ ਸੀ, ਪਰ ਅੱਜ ਦੁਨੀਆ ਦੇ ਵਿੱਚ ਨਾਨਕਸਰ ਗੁਰਦੁਆਰੇ ਬਣੇ ਹੋਏ ਨੇ। ਇਹੀ ਮਰਜ਼ਾਦਾ ਚੱਲ ਰਹੀ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਅਤੇ ਨਿਸ਼ਕਾਮਤਾ ਦੇ ਨਾਲ ਕਥਾ ਕੀਰਤਨ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਅਤੇ ਖੰਡੇ ਬਾਟੇ ਦੇ ਅੰਮ੍ਰਿਤ ਨਾਲ ਜੋੜਿਆ ਜਾਂਦਾ ਹੈ। ਸੋ ਬਹੁਤ ਬਹੁਤ ਧੰਨਵਾਦ ਹੈ ਸਤਿਗੁਰਾਂ ਦਾ, ਬਹੁਤ ਬਹੁਤ ਧੰਨਵਾਦ, ਨਮਸਕਾਰ, ਸ਼ੁਕਰਾਨਾ ਹੈ ਸਾਰੇ ਮਹਾਂਪੁਰਖ ਜਿਨ੍ਹਾਂ ਦੀ ਯਾਦ ਵਿੱਚ ਜੁੜੇ ਹਾਂ। ਅਤੇ ਬਹੁਤ ਬਹੁਤ ਧੰਨਵਾਦ ਹੈ, ਵਧਾਈ ਦੇ ਪਾਤਰ ਹਨ ਬਾਬਾ ਗੁਰਜੀਤ ਸਿੰਘ ਜੀ ਅਤੇ ਬਾਬਾ ਗੁਰਚਰਨ ਸਿੰਘ ਜੀ। ਇਤਨੀਆਂ ਬੇਨਤੀਆਂ ਕਰਦਾ ਹੈ ਦਾਸ, ਖਿਮਾ ਦਾ ਜਾਚਕ, ਭੁੱਲ ਚੁੱਕ ਦੀ ਖਿਮਾ, ਪਿਆਰ ਸਤਿਕਾਰ ਵੱਜ ਕੇ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।